ਅਗਲੀ ਖਬਰ ਦੇ ਵੱਲ ਵਧੀਏ ਮਿੰਟ ਜੀ ਤੇ ਗੱਲ ਕਰੀਏ ਭਾਈ ਗਰੇਵਾਲ ਸਾਹਿਬ ਦੇ ਬਿਆਨ ਦੀ। ਉਹਨਾਂ ਨੇ ਕਿਹਾ ਹੈ ਕਿ ਸੰਗਤਾਂ ਨੂੰ ਗੋਲਕਾਂ ਦੇ ਵਿੱਚ ਪੈਸੇ ਪਾਉਣ ਤੋਂ ਜਿਹੜਾ ਰੋਕਣ ਦਾ ਬਿਆਨ ਦਿੱਤਾ ਸੀਐਮ ਸਾਹਿਬ ਨੇ, ਇਹ ਬੌਧਿਕ ਕੰਗਾਲੀ ਦਾ ਪ੍ਰਗਟਾਵਾ ਕੀਤਾ ਉਹਨਾਂ ਨੇ। ਹਾਂਜੀ, ਦੇਖੋ ਗੱਲ ਕੀ ਹੈ ਕਿ ਇਹ ਤੇ ਆਪਾਂ ਵੈਸੇ ਵੀ ਦੇਖਦੇ ਹੁੰਦੇ ਆ ਨਾ ਕਿ ਕਈ ਵਾਰ ਸੋਸ਼ਲ ਮੀਡੀਆ ਤੇ ਬੜੀ ਇੱਕ ਪਰਸੈਪਸ਼ਨ ਸਾਨੂੰ ਵੇਖਣ ਨੂੰ ਮਿਲਦੀ ਹੈ ਕਿ ਗੋਲਕਾਂ 'ਚ ਪੈਸਾ ਨਾ ਪਾਓ ਤੇ ਫਿਰ ਗੁਰੂ ਕੇ ਲੰਗਰ ਦੇ ਵਿੱਚੋਂ ਜੀ। ਗਰੀਬਾਂ ਦੇ ਪੇਟ 'ਚ ਲੰਗਰ ਵੀ ਕਿੱਥੋਂ ਪਾਏਗਾ ਨਾ। ਇਹ ਵੀ ਤਾਂ ਸੋਚਣ ਵਾਲੀ ਗੱਲ ਹੈ ਨਾ ਕਿ ਭਾਈ ਤਾਂ ਸੰਗਤ ਦੇ ਰੂਪ ਦੇ ਵਿੱਚ ਹੀ ਚੱਲਣਾ ਹੈ, ਸਾਰਾ ਕੁਝ ਸਹਿਯੋਗ ਦੇ ਰੂਪ 'ਚ ਹੀ ਚੱਲਣਾ ਹੈ। ਗੱਲ ਇਹ ਹੈ ਕਿ ਮਾਨ ਸਾਹਿਬ ਨੇ ਵੀ ਪਿਛਲੇ ਦਿਨ ਹੀ ਤੁਹਾਨੂੰ ਪਤਾ ਹੀ ਇਹਨਾਂ ਦਾ ਅੜਿੱਕਾ ਜਿਹੜਾ ਚੱਲ ਰਿਹਾ ਸੀਗਾ ਮੈਡੀਕਲ ਕਾਲਜ ਨੂੰ ਲੈ ਕੇ। ਹੁਣ ਇਹਨਾਂ ਨੇ ਉਹੀ ਗੱਲ ਤਾਂ ਫਿਰ ਦੁਹਰਾ ਕਰ ਦਿੱਤਾ ਤੇ ਇਹਨਾਂ ਨੇ ਹੁਣ ਦੇਖੋ ਗੱਲ ਕੀ ਹੈ ਕਿ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਇਹਨਾਂ ਦੇ ਸਿੰਘ ਖਾਸੇ ਫਸੇ ਹੋਏ ਨੇ ਮੈਡੀਕਲ ਕਾਲਜ ਨੂੰ ਲੈ ਕੇ। ਉਧਰ ਜੇ ਤੁਸੀਂ ਦੇਖੋਗੇ ਤਾਂ ਸੁਖਬੀਰ ਸਿੰਘ ਬਾਦਲ ਸਤਵੰਤ ਸਿੰਘ ਦੇ ਘਰ ਚਲੇ ਗਏ ਤਾਂ ਉੱਥੇ ਵੀ ਕਾਫੀ ਜ਼ਿਆਦਾ ਕਹਿ ਲਓ ਕਿ ਇਹਨਾਂ ਨੇ ਕਹਿ ਦਿੱਤਾ ਕਿ ਹੁਣ ਤੁਸੀਂ ਕੱਟੜਪੰਥੀਆਂ ਦੇ ਘਰ ਜਾਣ ਲੱਗ ਪਏ ਹੋ, ਨੇੜਤਾ ਵਧਾ ਰਹੇ ਹੋ। ਫਿਰ ਇਸ ਮਾਮਲੇ 'ਚ ਵੀ ਜੇ ਤੁਸੀਂ ਦੇਖੋਗੇ ਤਾਂ ਜੇ ਆਪਾਂ ਦੇਖੀਏ ਤਾਂ ਇਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੀਸੀ ਕਰਕੇ ਜਿਹੜਾ ਸੀਗਾ ਢੀਂਡਸਾ ਪਰਿਵਾਰ ਤੇ ਇਹਨਾਂ ਨੂੰ ਨਿਸ਼ਾਨੇ ਤੇ ਰੱਖਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਉਸ ਗੱਲ ਦੇ ਵਿੱਚੋਂ ਗੱਲ ਚੁੱਕ ਲਈ। ਹੁਣ ਇਹ ਤਾਂ ਸਿੱਧੇ ਤੌਰ ਤੇ ਕਹਿ ਰਹੇ ਨੇ ਜਾਂ ਅਸਿੱਧੇ ਤੌਰ ਤੇ ਵੀ ਕਹਿ ਦਿੰਦੇ ਨੇ ਕਿ ਭਾਈ ਕਮੇਟੀ ਜਿਹੜੀ ਹੈ ਉਹਦੀ ਦੁਰਵਰਤੋਂ ਹੋ ਰਹੀ ਹੈ। ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ, ਉਹਦੀ ਦੁਰਵਰਤੋਂ ਕਰ ਰਹੇ ਨੇ। ਇਹ ਭਾਸ਼ਣਾਂ 'ਚ ਪਹਿਲਾਂ ਵੀ ਕਹਿੰਦੇ ਰਹੇ ਤੇ ਉਹ ਕਿਤੇ ਗੱਲ ਕਹੀ, ਹਾਲਾਂਕਿ ਮੈਂ ਤਾਂ ਸੁਣੀ ਨਹੀਂ ਉਹਦੇ ਵਿੱਚ। ਇਹਨਾਂ ਨੇ ਹੁਣ ਮੋੜਵਾਂ ਜਵਾਬ ਦਿੱਤਾ ਵਾ। ਇਹ ਜਿਹੜੇ ਹੈਗੇ ਨੇ ਗਰੇਵਾਲ ਸਾਹਿਬ, ਇਹ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਵੀ ਹੈ, ਅਕਾਲੀ ਲੀਡਰ ਵੀ ਹੈ ਤੇ ਇਹਨਾਂ ਨੇ ਕਿਹਾ ਕਿ ਜੋ ਗੋਲਕਾਂ ਵਿੱਚ ਪੈਸੇ ਪਾਉਣ ਤੋਂ ਰੋਕਣ ਵਾਲਾ ਬਿਆਨ ਆ ਇਹ ਸੰਗਤ ਦੀ ਸ਼ਰਧਾ ਨੂੰ ਸੱਟ ਮਾਰਨ ਵਾਲਾ ਹੈ ਤੇ ਇਹ ਮੁੱਖ ਮੰਤਰੀ ਦੀ ਬੌਧਿਕ ਕੰਗਾਲੀ ਨੂੰ ਸਾਹਮਣੇ ਲਿਆਉਂਦਾ ਹੈ। ਦੇਖੋ ਏਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਮੈਂ ਤੇ ਕਹਿੰਦਾ ਕਿ ਬਈ ਤੁਸੀਂ ਜਦੋਂ ਵੀ ਇਸ ਤਰ੍ਹਾਂ ਕੋਈ ਕਰਦੇ ਹੋ, ਬਹਿਸ ਮੁਬਾਹਿਸਾ ਕਰਦੇ ਹੋ ਤਾਂ ਉਹ ਬਿੰਦੂਆਂ ਤੇ ਰਹੋ ਜਿਹੜੇ ਬਿੰਦੂ ਕੰਮ ਹੁੰਦੇ ਆ। ਮੈਡੀਕਲ ਕਾਲਜ ਦਾ ਅੜਿੱਕਾ ਹੈ, ਉਹਦੇ ਵਿੱਚ ਵੇਖੋ ਕਿ ਕਿਹੜੀ ਧਿਰ ਸਹੀ ਹੈ ਕਿਹੜੀ ਧਿਰ ਗਲਤ ਹੈ। ਲੋਕਾਂ ਤੇ ਫੈਸਲਾ ਛੱਡੋ, ਅਦਾਲਤ ਤੇ ਫੈਸਲਾ ਛੱਡੋ, ਉਹ ਦੇਖਣ ਕਿ ਕੌਣ ਗਲਤ ਹੈ ਕੌਣ ਸਹੀ ਆ। ਪਰ ਮੇਰਾ ਮੰਨਣਾ ਹੈ ਕਿ ਠੀਕ ਆ, ਕਮੀਆਂ ਪੇਸ਼ੀਆਂ ਐਸਜੀਪੀਸੀ ਦੇ ਵਿੱਚ ਹੋਣਗੀਆਂ, ਪ੍ਰਬੰਧ 'ਚ ਹੋਣਗੀਆਂ, ਐਸਜੀਪੀਸੀ 'ਚ ਨਹੀਂ, ਪ੍ਰਬੰਧ ਚਲਾਉਣ ਵਾਲਿਆਂ 'ਚ ਹੈ। ਪਰ ਇਹ ਗੱਲਾਂ ਕਹਿ ਦੇਣੀਆਂ ਇਹਨਾਂ ਨੂੰ ਸ਼ਾਇਦ, ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੂੰ ਸ਼ਾਇਦ ਪਤਾ ਨਹੀਂ ਹੋਏਗਾ। ਜੇ ਨਹੀਂ ਤੇ ਅਸੀਂ ਦੱਸ ਦਈਏ ਕਿ ਜਿਹੜੇ ਬਾਈ ਐਸਜੀਪੀਸੀ ਦੇ ਵਿਦਿਅਕ ਸੰਸਥਾਨ ਨੇ, ਜੇ ਤੁਸੀਂ ਟੋਟਲ ਦੇਖ ਲਓਗੇ ਨਾ ਉਹ ਇੰਨੇ ਬਣਦੇ ਆ ਕਿ ਆਪਾਂ ਗਿਣਤੀ ਕਰੀਏ ਤਾਂ ਦਰਜਨਾਂ 'ਚ ਚਲੇ ਜਾਏਗੀ। ਇੱਕ ਯੂਨੀਵਰਸਿਟੀ, 38 ਕਾਲਜ, 52 ਸਕੂਲ, 4 ਐਜੂਕੇਸ਼ਨਲ ਟਰਸਟ, ਇੱਕ ਮੈਡੀਕਲ ਯੂਨੀਵਰਸਿਟੀ। ਮੈਂ ਦੁਬਾਰਾ ਗਿਣਾ ਦੇਣਾ ਤੁਹਾਨੂੰ ਵੀ ਚੇਤਾ ਰਹੇਗਾ। ਇੱਕ ਯੂਨੀਵਰਸਿਟੀ, 38 ਕਾਲਜ, 52 ਸਕੂਲ, 4 ਐਜੂਕੇਸ਼ਨਲ ਟਰਸਟ, ਇੱਕ ਮੈਡੀਕਲ। ਇਹ ਤੁਸੀਂ ਦੇਖ ਲਓ ਦਰਜਨਾਂ 'ਚ ਚਲੇ ਜਾਣਗੇ। ਹੁਣ ਇਹਨਾਂ ਦੇ ਵਿੱਚ ਜੋ ਬੱਚੇ ਪੜ੍ਹਦੇ ਆ ਜਾਂ ਜਿਹੜੇ ਪੜ੍ਹਾ ਰਹੇ ਨੇ ਉਹ ਕਿਵੇਂ ਚੱਲਣਗੇ? ਪੜ੍ਹਾਈ ਕਿੱਦਾਂ ਚੱਲੇਗੀ ਤੇ ਪੜ੍ਹਾਉਣ ਵਾਲੇ ਕਿੱਦਾਂ ਚੱਲਣਗੇ, ਉਹਨਾਂ ਦੇ ਘਰ ਕਿੱਦਾਂ ਚੱਲਣਗੇ? ਉਹ ਸਾਰੇ ਇਹਨਾਂ ਚੀਜ਼ਾਂ ਨਾਲ ਹੀ ਚੱਲਦੇ ਨੇ ਜੀ। ਹਾਂ, ਅਸੀਂ ਇਹ ਕਹਿ ਸਕਦੇ ਹਾਂ ਬਈ ਆਪਣੀਆਂ ਜੋ ਪ੍ਰਬੰਧਕਾਂ ਦੀਆਂ ਕਮੀਆਂ ਪੇਸ਼ੀਆਂ ਉਹ ਦੂਰ ਕਰ, ਪਰ ਜੇ ਅਸੀਂ ਉੱਠ ਕੇ ਕਹੀਏ ਤਾਂ ਫਿਰ ਸਾਨੂੰ ਇਹ ਵੀ ਵੇਖਣਾ ਪਏਗਾ ਨਾ ਕਿ ਇਹ ਜਿਹੜੇ ਇਸ ਤਰ੍ਹਾਂ ਚੱਲਦੇ ਪਏ ਨੇ, ਗੁਰੂ ਕੇ ਲੰਗਰ ਚੱਲਦੇ ਨੇ, ਗੁਰੂ ਘਰਾਂ ਦੇ ਪ੍ਰਬੰਧ ਚੱਲਦੇ ਨੇ, ਇਸ ਤਰ੍ਹਾਂ ਦੇ ਸੰਸਥਾਨ ਚੱਲਦੇ ਆ, ਕੀ ਅਸੀਂ ਕਾਂਟਾ ਮਾਰ ਦਈਏ ਇਹਨਾਂ ਤੇ? ਤੇ ਫਿਰ ਅਸੀਂ ਕਿਹੜੇ ਮੂੰਹ ਨਾਲ ਕਹਿੰਦੇ ਆ ਕਿ ਸਿੱਖਾਂ ਦੇ ਬੱਚਿਆਂ ਨੂੰ ਹਾਇਰ ਐਜੂਕੇਸ਼ਨ ਤੱਕ ਲੈ ਕੇ ਜਾਓ, ਉਹਨਾਂ ਨੂੰ ਆਈਐਸ ਤੱਕ ਬਣਾਓ, ਉਹਨਾਂ ਵਾਸਤੇ ਕੋਚਿੰਗ ਅਕੈਡਮੀਆਂ ਖੋਲੋ? ਤੇ ਅਸੀਂ ਮਤਲਬ ਕਿ ਦੋਗਲਾਪੰਥੀ ਵਰਤ ਰਹੇ ਆ ਕਿਤੇ ਨਾ ਕਿਤੇ। ਤਾਂ ਖੈਰ ਇਹ ਨਹੀਂ ਹੋਣਾ ਚਾਹੀਦਾ। ਜਿਹੜੀ ਸਿਆਸਤ ਦੀ ਚਲੋ ਬਹਿਸ ਆ ਉਹਦੇ ਵਿੱਚ ਬਥੇਰਾ ਕੁਛ ਇੱਕ ਦੂਜੇ ਨੂੰ ਕਿਹਾ ਜਾਂਦਾ ਟਾਰਗੇਟ ਕਰਕੇ, ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਲੱਖ ਕਮੀਆਂ ਪੇਸ਼ੀਆਂ ਕਿਸੇ ਪ੍ਰਬੰਧ 'ਚ ਹੋ ਸਕਦੀਆਂ ਤੇ ਇਹ ਤਾਂ ਆਪਾਂ ਨੂੰ ਵੀ ਪਤਾ। ਸਰਕਾਰਾਂ 'ਚ ਵੀ 100% ਸਹੀ ਨਹੀਂ ਹੁੰਦਾ, ਪ੍ਰਬੰਧਾਂ 'ਚ ਵੀ 100% ਸਹੀ ਨਹੀਂ ਹੁੰਦਾ। ਪਰ ਇਹ ਆਪਾਂ ਕਹਿ ਦਈਏ ਕਿ ਕੋਈ ਉੱਥੇ ਪੈਸਾ ਨਾ ਦੇਵੇ, ਕੋਈ ਧੇਲਾ ਨਾ ਦੇਵੇ, ਇਹਦਾ ਮਤਲਬ ਆਪਾਂ ਕਹਿ ਰਹੇ ਹਾਂ ਕਿ ਸਿੱਖਾਂ ਦੇ ਜਿਹੜੇ ਸੰਸਥਾਨ ਜਿਹੜੇ ਬਚੇ ਖੁਚੇ ਆ ਉਹਨਾਂ ਦਾ ਵੀ ਘਾਣ ਹੋ ਜਾਵੇ।